ਹੈਲੋ ਸਟੂਡੈਂਟ, ਅੱਜ ਆਪਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਜੀਵਨ ਬਾਰੇ ਪੜ੍ਹਾਂਗੇ। ਕਹਿੰਦੇ ਹਨ ਕਿ ਜਦ ਰੱਬ ਧਰਤੀ 'ਤੇ ਗੁਲਜ਼ਾਰ ਪਸਾਰਨਾ ਚਾਹੁੰਦਾ ਸੀ ਤਾਂ ਕਿਸੇ ਨਾ ਕਿਸੇ ਅਵਤਾਰ ਨੂੰ ਭੇਜ ਦਿੰਦਾ ਹੈ। ਗੁਲਜ਼ਾਰ ਭਾਵ ਖੁਸ਼ੀਆਂ ਹੀ ਖੁਸ਼ੀਆਂ ਪ੍ਰਸਾਰਨਾ ਚਾਹੁੰਦਾ ਹੈ ਤਾਂ ਉਹ ਕਿਸੇ ਨਾ ਕਿਸੇ ਅਵਤਾਰ ਨੂੰ ਭੇਜ ਦਿੰਦਾ ਹੈ। ਪ੍ਰੀਤਲੜੀ ਵੀ ਇਹਨਾਂ ਅਵਤਾਰਾਂ ਵਿੱਚੋਂ ਇੱਕ ਅਵਤਾਰ ਸੀ ਜਿਨ੍ਹਾਂ ਨੇ ਪੰਜਾਬੀ ਗੁਲਜ਼ਾਰ ਨੂੰ ਖਿੜਾਇਆ। ਉਹ ਸ਼ੈਲੀ ਦਾ ਸੁਲਤਾਨ, ਕਲਾਕਾਰ, ਆਧੁਨਿਕ ਪੰਜਾਬੀ ਵਾਰਤਕ ਦਾ ਪ੍ਰਮੁੱਖ ਸਿਰਜਣਹਾਰ ਸੀ। ਉਹਨਾਂ ਦੇ ਮੁਕਾਬਲੇ ਕੋਈ ਵੀ ਹੋਰ ਉਹਨਾਂ ਦਾ ਸਾਨੀ ਨਹੀਂ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਆਧੁਨਿਕ ਪੰਜਾਬੀ ਗੱਦ ਦਾ ਮਹਾਨ ਲੇਖਕ ਹੋਏ ਹਨ। ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਕੀਤਾ। ਉਹਨਾਂ ਨੇ ਆਪਣੇ ਸਾਹਿਤ ਵਿੱਚ ਇੱਕ ਅਜਿਹੀ ਜਾਦੂ ਭਰੀ ਸ਼ੈਲੀ ਦਿੱਤੀ, ਪੰਜਾਬੀ ਗੱਦ ਨੂੰ ਧਰਮ ਦੀ ਉਲੰਘਣ ਵਿੱਚੋਂ ਕੱਢ ਕੇ ਵਿਸ਼ਾਲਤਾ ਅਤੇ ਸੂਖਮਤਾ ਭਰੀ। ਉਹਨਾਂ ਨੇ ਗੱਦ ਦੇ ਬਹੁਤ ਸਾਰੇ ਰੂਪਾਂ 'ਤੇ ਆਪਣੀ ਕਲਮ ਚਲਾਈ। ਉਹਨਾਂ ਨੇ ਆਪਣੇ ਮਾਸਕ ਪੱਤਰ ਪ੍ਰੀਤਲੜੀ ਰਾਹੀਂ ਮਨਾਂ ਰੂਪੀ ਮਨਾਮੋਹੀ ਵਾਰਤਕ ਰਚਨਾ ਕੀਤੀ, ਜਿਸ ਦੀ ਰਚਨਾ ਦਾ ਮਾਣ ਕਰਦਿਆਂ ਪੰਜਾਬੀ ਮਹਿਕਮਾ ਪੈਪਸੂ ਨੇ ਉਹਨਾਂ ਨੂੰ ਮਾਣ ਪੱਤਰ ਤੇ ਸਿਰੋਪਾਓ ਭੇਟਾਂ ਕੀਤਾ ਤੇ ਭਾਰਤੀ ਸਰਕਾਰ ਦੇ ਭਾਰਤੀ ਸਾਹਿਤ ਅਕਾਦਮੀ ਦਾ ਸਲਾਹਕਾਰ, ਮਤਲਬ ਵੀ ਉਹਨਾਂ ਨੂੰ ਸਲਾਹਕਾਰ ਮੰਨਿਆ ਜਾਂਦਾ ਸੀ, ਸਲਾਹਕਾਰ ਨਾਮਜ਼ਦ ਕੀਤਾ। ਇਹ ਤਾਂ ਸੀ ਕਿ ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਕੀ ਪ੍ਰਾਪਤੀਆਂ ਕੀਤੀਆਂ। ਅੱਗੇ ਉਹਨਾਂ ਦੇ ਜੀਵਨ ਬਾਰੇ। ਗੁਰਬਖਸ਼ ਸਿੰਘ ਆਧੁਨਿਕ ਪੰਜਾਬ ਦੇ ਮਹਾਨ ਲੇਖਕ ਹੋਏ ਹਨ। ਉਹਨਾਂ ਦਾ ਜਨਮ 20 ਅਪ੍ਰੈਲ 1895 ਵਿੱਚ ਸਿਆਲਕੋਟ ਵਿੱਚ ਸਰਦਾਰ ਪਸ਼ੌਰਾ ਸਿੰਘ ਦੇ ਘਰ, ਮਤਲਬ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ? ਪਸ਼ੌਰਾ ਸਿੰਘ। ਉਹਨਾਂ ਦੇ ਘਰ ਹੋਇਆ। 10ਵੀਂ ਉਹਨਾਂ ਨੇ ਪਿੰਡ ਵਿੱਚ ਹੀ ਪੜ੍ਹੀ। ਉਸ ਤੋਂ ਬਾਅਦ FC ਕਾਲਜ ਲਾਹੌਰ ਵਿੱਚ ਦਾਖਲ ਹੋ ਗਏ, ਪਰ ਆਰਥਿਕ ਮੁਸ਼ਕਲਾਂ ਕਰਕੇ ਆਪ ਨੇ ਆਪਣੀ ਪੜ੍ਹਾਈ ਵਿੱਚ ਹੀ ਛੱਡ ਕੇ ਟਰਾਂਸਪੋਰਟ ਮਹਿਕਮੇ ਵਿੱਚ ਕਲਰਕ ਲੱਗ ਗਏ। ਉਸ ਤੋਂ ਬਾਅਦ 1917 ਵਿੱਚ ਟਾਮਸ ਇੰਜੀਨੀਅਰ ਕਾਲਜ ਰੁੜਕੀ ਤੋਂ ਇੰਜੀਨੀਅਰਿੰਗ ਪਾਸ ਕੀਤੀ ਅਤੇ ਫੌਜ ਵਿੱਚ ਭਰਤੀ ਹੋ ਗਏ। ਉਸ ਤੋਂ ਬਾਅਦ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੀ ਪੜ੍ਹਾਈ ਤੋਂ ਬਾਅਦ ਆਪ ਰੇਲਵੇ ਵਿੱਚ ਇੰਜੀਨੀਅਰ ਲੱਗੇ। ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਾਪਤੀਆਂ ਕੀਤੀਆਂ। ਕੀ ਪ੍ਰਾਪਤੀਆਂ ਕੀਤੀਆਂ? ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਜੀਵਨ ਵਿੱਚ ਸੰਘਰਸ਼ ਕੀਤਾ। 1932 ਦੇ ਵਿੱਚ ਆਪ ਨੇ ਨੌਕਰੀ ਛੱਡ ਕੇ ਅਕਾਲੀ ਫੁੱਲਾ ਸਿੰਘ ਦੇ ਗੁਰਦੁਆਰੇ ਦੀ ਜ਼ਮੀਨ ਉੱਪਰ ਖੇਤੀ ਕੀਤੀ। ਇੱਥੋਂ ਹੀ 1933 ਵਿੱਚ ਉਹਨਾਂ ਨੇ ਪ੍ਰੀਤਲੜੀ ਰਸਾਲਾ ਜਾਰੀ ਕੀਤਾ, ਮੈਗਜ਼ੀਨ, ਜਿਸ ਨੂੰ ਕਿਹਾ ਜਾਂਦਾ ਰਸਾਲੇ ਨੂੰ ਮੈਗਜ਼ੀਨ। ਫਿਰ ਉਸ ਤੋਂ ਬਾਅਦ ਆਪ ਨੇ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਲਪੋਕੋ ਦੇ ਨੇੜੇ ਜ਼ਮੀਨ ਖਰੀਦ ਕੇ ਪ੍ਰੀਤਨਗਰ ਵਸਾਇਆ। 1947 ਵਿੱਚ ਫਸਾਦਾਂ ਕਾਰਨ ਆਪ ਦਿੱਲੀ ਚਲੇ ਆਏ, ਮਹਿਰੌਲੀ ਮਤਲਬ ਦਿੱਲੀ ਚਲੇ ਆਏ। ਫਿਰ ਜ਼ਿੰਦਗੀ ਦੇ ਅੰਤ ਤੱਕ ਆਪ ਨੇ ਪ੍ਰੀਤਨਗਰ ਹੀ ਵਸਾਇਆ ਤੇ 20 ਅਗਸਤ 1977 ਨੂੰ ਆਪ ਚਲਾਨਾ ਕਰ ਗਏ। ਆਪ ਨੇ ਇਹ ਕਵਿਤਾ ਦੀਆਂ ਜਿਹੜੀਆਂ ਲਾਈਨਾਂ ਨੇ, ਪਹਿਲੀ ਤੇ ਆਖਰੀ ਕਵਿਤਾ ਸੀ ਜੋ ਕਿ ਪੰਜਾਬੀ ਜਗਤ ਵਿੱਚ ਬਹੁਤ ਪ੍ਰਸਿੱਧ ਹੋਈ ਹੈ। ਕਿਹੜੀ ਹੈ? ਭਾਵੇਂ ਦੇ ਸਮੁੰਦਰੋਂ ਪਾਰ ਬੈਠੀ ਤੇਰੀ ਪੀੜ ਨਾਲ ਦਿਲ ਫਿਗਾਰ ਮੇਰਾ, ਪਿੰਡੇ ਲਾਸ ਨਾ ਡਾਂਗਦੀ ਕੋਈ ਭਾਵੇਂ ਹਿਰਦਾ ਵੇਖ ਲੈ ਟੁਕੜੇ ਚਾਰ ਮੇਰਾ। ਕਿ ਭਾਵੇਂ ਜਿਹੜੀ ਦੇਹ ਹੈ, ਮਤਲਬ ਸਰੀਰ ਹੈ, ਸਮੁੰਦਰੋਂ ਪਾਰ ਬੈਠਾ ਹੈ, ਭਾਵ ਦੂਸਰੇ ਦੇਸ਼ ਵਿੱਚ ਬੈਠਾ ਹੈ, ਪ੍ਰਦੇਸ਼ਾਂ ਵਿੱਚ ਬੈਠਾ ਹੈ, ਪਰ ਤੇਰੇ ਦਰਦ ਦਾ ਦਿਲ ਵਿੱਚ ਬਹੁਤ ਜ਼ਿਆਦਾ ਪੀੜ ਹੈ। ਪਿੰਡੇ ਦੇ ਉੱਤੇ ਕਿਸੇ ਨੇ ਚਾਹੇ ਡਾਂਗ ਨਹੀਂ ਮਾਰੀ, ਪਰ ਜੇ ਮੇਰੇ ਹਿਰਦੇ ਨੂੰ ਦੇਖ ਕੇ ਦੇਖੋ ਤਾਂ ਉਸਦੇ ਟੁਕੜੇ ਟੁਕੜੇ ਹੋਏ ਪਏ ਹਨ। ਪ੍ਰੀਤਲੜੀ ਵਿੱਚ ਧਾਰਮਿਕ ਪਖੰਡਾਂ ਦੇ ਮਜ਼ਹਬੀ ਅਡੰਬਰਾ ਵਿਰੁੱਧ ਲੇਖ ਤਾਂ ਛਪਦੇ ਹੀ ਰਹਿੰਦੇ ਸਨ, ਪਰ ਇਸ ਦਾ ਬੁਰਾ ਅਸਰ ਕਿਸੇ ਨੇ ਨਹੀਂ ਸੀ ਮਨਾਇਆ। ਕਾਰਨ ਇਹ ਸੀ ਕਿ ਲੇਖਕ ਦੀ ਸਾਊ ਸ਼ੈਲੀ ਤੇ ਕੋਮਲ ਸ਼ਬਦਾਵਲੀ ਸੀ। ਮਤਲਬ ਜਿਹੜੀ ਇਹਨਾਂ ਦੀ ਜਿਹੜੀ ਸ਼ਬਦਾਵਲੀ ਸੀ, ਵੋਕੈਬਲਰੀ ਸੀ, ਉਹ ਬਹੁਤ ਸਾਊ ਸ਼ੈਲੀ ਸੀ। ਪੰਜਾਬੀ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੇ ਅੰਗਰੇਜ਼ੀ ਨੂੰ ਛੱਡ ਕੇ ਆਪਣੀ ਮਾਤ ਭਾਸ਼ਾ ਨੂੰ, ਇਸ ਨੂੰ ਉੱਤਮ ਕੰਮ ਲਈ ਚੁਣਿਆ ਤੇ ਲਗਾਤਾਰ 32 ਸਾਲ ਉਸ ਦੀਆਂ ਨਿਗਰ ਤੇ ਵੰਨ-ਸੁਵੰਨੀਆਂ ਰਚਨਾਵਾਂ ਕੀਤੀਆਂ। ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਹਨ? ਪ੍ਰੀਤ ਮਾਰਗ, ਕੁਦਰਤੀ ਮਹਜਬ, ਖੁੱਲ੍ਹਾ ਦਰ, ਸਾਵੀਂ ਪੱਧਰੀ ਜ਼ਿੰਦਗੀ, ਸੁਖਾਵੀਂ ਜ਼ਿੰਦਗੀ, ਨਵਾਂ ਸ਼ਿਵਾਲਾ, ਪ੍ਰਸੰਨ, ਲੰਬੀ ਉਮਰ, ਭਖਦੀ ਜੀਵਨ ਚੰਗਿਆੜੀ,
खुशहाल जीवन, चंगेरी दुनिया, स्वै-पूर्णता ਦੀ ਲਗਨ, ਮਨੋਹਰ ਸ਼ਖਸੀਅਤ, ਪਰਮ ਮਨੁੱਖ, ਮੇਰੇ ਝਰੋਖੇ ਤੋਂ, ਸਾਡੇ ਵਾਰਸ, ਜ਼ਿੰਦਗੀ ਦੇ ਸਕੂਲ 'ਚੋਂ, ਇੱਕ ਦੁਨੀਆ ਤੇ ਤੇਰਾ ਸੁਪਨੇ, ਮੇਰੀਆਂ ਭੁੱਲਾਂ ਅਭੁੱਲ ਯਾਦਾਂ, ਜ਼ਿੰਦਗੀ ਦੀ ਰਾਜ਼, ਜ਼ਿੰਦਗੀ ਦੀ ਕਵਿਤਾ, ਨਵੀਂ ਤਕੜੀ ਦੁਨੀਆ, ਇੱਕ ਝਾਤ ਪੂਰਬ ਪੱਛਮ ਤੇ ਤਾਜ ਤੇ ਸਰੂ, ਰੀਝਾਂ ਦੀ ਖੱਡੀ, ਰੋਜ਼ਾਨਾ ਜ਼ਿੰਦਗੀ ਦੀ ਸਿੱਖਾਂ, ਪ੍ਰਣ ਪੁਸਤਕ, ਮੇਰੀ ਜੀਵਨ ਕਹਾਣੀ, ਮੰਜ਼ਲ, ਦਿਸ ਪਈ, ਅਣਵਿਆਹੀ ਮਾਂ, ਰਾਜਕੁਮਾਰ ਲਤਿਕਾ, ਇਹ ਦੋਨੋਂ ਨਾਟਕ ਸਨ। ਪ੍ਰੀਤਮਨੀ, ਪ੍ਰੀਤ ਮੁਕਟ, ਪੂਰਬ ਪੱਛਮ, ਕੋਦਰੇ ਦੀ ਰੋਟੀ, ਸਾਡੀ ਹੋਣੀ ਦਾ ਲਿਸ਼ਕਾਰਾ, ਪ੍ਰੀਤ ਕਹਾਣੀਆਂ ਕਹਾਣੀ ਸਨ। ਅਨੋਖੇ ਤੇ ਇਕੱਲੇ, ਵੀਣਾ ਵਿਨੋਦ, ਅਸਮਾਨੀ ਮਹਾਨਦੀ, ਨਾਗਪ੍ਰੀਤ ਦਾ ਜਾਦੂ, ਪ੍ਰੀਤਾਂ ਦੀ ਪਹਿਰੇਦਾਰ, ਜ਼ਿੰਦਗੀ ਵਾਰਸ ਹੈ, ਸ਼ਬਨਮ ਮੇਰੀ ਗੁਲਬਦਨ, ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ, ਏਸ਼ੀਆ ਦਾ ਚਾਨਣ, ਸੁਪਨੇ ਮਾਂ, ਗੋਰਕੇ ਆਦਿ। ਇਹ ਸਾਰੀਆਂ ਇਹਨਾਂ ਦੀਆਂ ਰਚਨਾਵਾਂ ਹਨ। ਗੁਰਬਖਸ਼ ਸਿੰਘ ਨੇ ਤਾਂ ਆਪਣਾ ਕੰਮ ਅਮਰੀਕਾ ਵਿੱਚ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਆਪ ਨੇ ਸਾਹਿਤਕ ਮੇਰੀ ਦਾਦੀ ਜੀ ਤੇ ਰਾਜਕੁਮਾਰੀ ਲਤਿਕਾ ਪਹਿਲਾਂ ਅਮਰੀਕਾ ਵਿੱਚ ਹੀ ਛਾਪੇ ਸਨ। ਪੰਜਾਬ ਵਿੱਚ ਆਪ ਦਾ ਜਿਹੜਾ ਸਾਹਿਤਕ ਜੀਵਨ ਹੈ 1933 ਵਿੱਚ ਪ੍ਰੀਤ ਲੜੀ ਰਸਾਲਾ ਨੂੰ ਚਾਲੂ ਕਰਨ ਦਾ ਹੋਇਆ। ਵੀ ਸਭ ਤੋਂ ਪਹਿਲਾਂ ਪੰਜਾਬ ਵਿੱਚ ਆ ਕੇ ਸਾਹਿਤਕ ਜਿਹੜਾ ਪ੍ਰੀਤ ਲੜੀ ਰਸਾਲਾ ਸੀ ਕਦੋਂ ਹੋਇਆ? 1933 ਵਿੱਚ। ਗੁਰਬਖਸ਼ ਸਿੰਘ ਦੀਆਂ ਦਰਜਨਾਂ ਕਹਾਣੀਆਂ ਸੰਗ੍ਰਹਿ ਸਨ, ਜਿਨ੍ਹਾਂ ਵਿੱਚੋਂ ਵੀਣਾ ਵਿਨੋਦ, ਨਾਗਪ੍ਰੀਤ ਦਾ ਜਾਦੂ, ਭਾਬੀ ਸੁਖਾਵੀਂ, ਸੁਥਰੀ ਜ਼ਿੰਦਗੀ, ਪ੍ਰਸੰਨ ਲੰਮੀ ਉਮਰ, ਭਖਦੀ ਜੀਵਨ ਚੰਗਿਆੜੀ, ਨਵਾਂ ਸ਼ਿਵਾਲਾ, ਖੁੱਲ੍ਹਾ ਦਰ, ਸਾਡੇ ਵਾਸ, ਸਵੈ ਪੂਰਨਤਾ ਦੀ ਲਗਨ, ਪਰਮ ਮਨੁੱਖ, ਬੰਦੀ ਛੋੜ ਗੁਰੂ ਨਾਨਕ ਪ੍ਰਸਿੱਧ ਹਨ। ਇਹਨਾਂ ਵਿੱਚ ਆਪ ਨੇ ਹਰ ਪ੍ਰਕਾਰ ਦੇ ਵਿਸ਼ੇ ਲਏ ਹਨ। ਉਹਨਾਂ ਨੇ ਆਪਣੇ 'ਚ ਸਵੈ ਜੀਵਨੀ ਦੇ 3 ਭਾਸ਼ਾਵਾਂ ਲਿਖੀਆਂ। ਉਸ ਤੋਂ ਬਾਅਦ ਗੁਰਬਖਸ਼ ਸਿੰਘ ਇੱਕ ਸੂਝਵਾਨ ਲੇਖਕ ਦੇ ਵਾਂਗ ਸਮਾਜ ਸੁਧਾਰ ਦਾ ਕੰਮ ਕੀਤਾ। ਅਜਿਹਾ ਭਾਈਚਾਰਾ ਸਥਾਪਿਤ ਕਰਨਾ ਚਾਹਿਆ ਜਿੱਥੇ ਸਾਰੇ ਸੁਖਾਵੀਂ ਤੇ ਪੱਧਰੀ ਜ਼ਿੰਦਗੀ ਜਿਉ ਸਕਣ। ਆਪ ਦੀਆਂ ਦੌਰ ਦੀਆਂ ਲਿਖਤਾਂ ਆਦਰਸ਼ਵਾਦੀ ਸਨ, ਪਰ ਆਪ ਉੱਪਰ ਸਮਾਜਵਾਦੀ ਵਿਚਾਰਧਾਰਾ ਦਾ ਅਸਰ ਪਿਆ। ਆਪ ਆਪਣੀਆਂ ਲਿਖਤਾਂ, ਖਾਸ ਕਰ ਕਹਾਣੀਆਂ ਤੇ ਨਾਟਕ ਵਿੱਚ ਪਿਆਰ ਕਬਜ਼ਾ ਨਹੀਂ ਪਛਾਣ ਹੈ ਦਾ ਸਿਧਾਂਤ ਪੇਸ਼ ਕਰਦੇ ਸੀ ਕਿ ਪਿਆਰ ਇੱਕ, ਆਪਾਂ ਜੇ ਕਿਸੇ ਨਾਲ ਪਿਆਰ ਕਰਦੇ ਹਾਂ ਉਹ ਕਬਜ਼ੇ ਦੇ ਤੌਰ 'ਤੇ ਨਹੀਂ, ਉਹ ਇੱਕ ਪਛਾਣ ਹੁੰਦੀ ਸੀ। ਗੁਰਬਖਸ਼ ਸਿੰਘ ਦੀ ਅਸਲ ਮਹਾਨਤਾ ਉਸ ਦੀ ਅਨੁਪਮ ਸ਼ੈਲੀ ਕਰਕੇ ਹੈ। ਵਲਵਲੇ ਦੀ ਤਿੱਖਣਤਾ, ਰਾਗ ਦੀ ਰਾਸਮਤਾ, ਸ਼ਬਦਾਂ ਦੀ ਤੇਜ਼ ਵਹਾਓ, ਸਰਲ ਭਾਸ਼ਾ, ਮਤਲਬ ਭਾਸ਼ਾ ਜਿਹੜੀ ਸਿੰਪਲ ਹੁੰਦੀ ਸੀ ਉਹਨਾਂ ਦੀ, ਢੁਕਵੇਂ ਅਲੰਕਤਾ, ਬੁੱਧੀ ਤੇ ਆਤਮਾ ਨੂੰ ਸੰਤੁਸ਼ਟ ਕਰਦੀ ਸੀ। ਗੁਰਬਖਸ਼ ਸਿੰਘ ਆਪ ਕਹਿੰਦਾ ਹੈ ਕਿ ਉਹ ਜਦੋਂ ਵੀ ਕੁਝ ਲਿਖੇ ਉਹ ਇੱਕ ਤਰ੍ਹਾਂ ਦਾ ਪਿਆਰ ਪੱਤਰ ਲਿਖਦਾ ਹੈ। ਪਿਆਰ ਪੱਤਰ ਇਸ ਰੁਚੀ ਨੇ ਉਸ ਦੀ ਸ਼ੈਲੀ ਵਿੱਚ ਉਪਰੋਕਤ ਪੈਦਾ ਕੀਤੇ ਹਨ। ਸਮੁੱਚੇ ਤੌਰ 'ਤੇ ਗੁਰਬਖਸ਼ ਸਿੰਘ ਆਧੁਨਿਕ ਪੰਜਾਬੀ ਸਾਹਿਤ ਦਾ ਪ੍ਰਮੁੱਖ ਵਾਰਤਾਕਾਰ ਹੋਇਆ ਹੈ। ਆਧੁਨਿਕ ਪੀੜ੍ਹੀ ਦਾ ਕੋਈ ਲੇਖਕ ਵੀ ਅਜਿਹਾ ਹੋਵੇਗਾ ਜਿਸ ਨੇ ਉਸ ਦੇ ਪ੍ਰਭਾਵ ਦਾ ਗ੍ਰਹਿਣ ਨਾ ਕੀਤਾ ਹੋਵੇਗਾ। ਗੁਰਬਖਸ਼ ਸਿੰਘ ਨੇ ਇੱਕ ਵਿਚਾਰਵਾਨ ਸਾਹਿਤ ਤੇ ਉਪਦੇਸ਼ਕ ਵੀ ਸਨ। ਆਪ ਦੀ ਦੇਣ ਦੀ ਸਦਕਾ ਪੰਜਾਬੀ ਸਾਹਿਤ ਵਿੱਚ ਇੱਕ ਯੁੱਗ ਸਿਰਜਕ ਸੀ, ਮਤਲਬ ਆਪ ਨੇ ਇੱਕ ਤਰ੍ਹਾਂ ਦਾ ਯੁੱਗ ਸਿਰਜਿਆ ਸੀ, ਨਵਾਂ ਯੁੱਗ ਸਿਰਜਿਆ ਸੀ। ਭਾਵੇਂ ਸਰੀਰਕ ਰੂਪ ਵਿੱਚ ਇਸ ਦੁਨੀਆ 'ਤੇ ਮੌਜੂਦ ਨਹੀਂ ਹਨ ਅੱਜ, ਪਰ ਉਹਨਾਂ ਦੇ ਹੱਥੀਂ ਲਿਖੀਆਂ ਜਿਹੜੀਆਂ ਰਚਨਾਵਾਂ ਨੇ ਇਸ ਤਰ੍ਹਾਂ ਲੱਗਦੀਆਂ ਹਨ ਕਿ ਉਹ ਸਾਡੇ ਦਿਲਾਂ 'ਚ ਰਹਿੰਦੀ ਦੁਨੀਆ ਤੱਕ ਵਸਦੀ ਰਹਿਣ। ਇਹ ਸੀ ਬੱਚੇ ਗੁਰਬਖਸ਼ ਸਿੰਘ ਦੀ ਜੀਵਨੀ ਬਾਰੇ। ਹੁਣ ਆ ਜਾਓ ਬੁੱਕਵਰਕ 'ਤੇ। ਆਧੁਨਿਕ ਗੱਦ ਦਾ ਮਹਾਨ ਲੇਖਕ ਕੌਣ ਹੈ? ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਦਾ ਜਨਮ ਕਦੋਂ ਹੋਇਆ? 20 ਅਪ੍ਰੈਲ 1895। ਪੰਜਾਬੀ ਸਾਹਿਤ ਮਹਿਕਮਾ ਪੈਪਸੂ ਨੇ ਗੁਰਬਖਸ਼ ਸਿੰਘ ਨੂੰ ਕੀ ਭੇਟ ਕੀਤਾ? ਸਿਰੋਂ ਪਾਓ। ਗੁਰਬਖਸ਼ ਸਿੰਘ ਨੇ ਅੰਮ੍ਰਿਤਸਰ ਵਿਖੇ ਕਿਹੜਾ ਨਗਰ ਵਸਾਇਆ? ਪ੍ਰੀਤ ਨਗਰ। ਗੁਰਬਖਸ਼ ਸਿੰਘ ਦੇ ਪਿਤਾ ਦਾ ਨਾਂ ਕੀ ਸੀ? ਸਰਦਾਰ ਪਸ਼ੌਰਾ ਸਿੰਘ। ਖਾਲੀ ਥਾਵਾਂ। ਗੁਰਬਖਸ਼ ਸਿੰਘ ਦਾ ਜਨਮ ਡੈਸ਼ ਵਿੱਚ ਨੂੰ ਹੋਇਆ? 20 ਅਪ੍ਰੈਲ 1895 ਨੂੰ। ਗੁਰਬਖਸ਼ ਸਿੰਘ ਪੰਜਾਬੀ ਸਾਹਿਤ ਦੇ ਡੈਸ਼ ਵਾਰਤਕ ਸੀ? ਮਹਾਨ। ਗੁਰਬਖਸ਼ ਸਿੰਘ ਦਾ ਡੈਸ਼ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਸੀ? ਵਾਰਤਕ। ਪੈਪਸੂ ਮਹਿਕਮੇ ਨੇ ਉਹਨਾਂ ਨੂੰ ਸਿਰੋਪਾਏ ਦੇ ਨਾਲ ਸਨਮਾਨਿਤ ਕੀਤਾ। ਆਪ ਨੇ ਸੰਨ 1917 ਵਿੱਚ ਕਾਲਜ ਦੀ ਪੜ੍ਹਾਈ ਪੂਰੀ। ਅੱਗੇ ਆ ਗਿਆ ਬੱਚੇ ਵਾਕਾਂ 'ਚ ਵਰਤੋ। ਲਗਨ, ਅੱਜ ਉਸ ਦਾ ਲਗਨ ਹੈ। ਵਸੀਲਾ, ਬਿਮਾਰੀ ਦੇ ਵਸੀਲੇ ਕਾਰਨ ਮੋਹਨ ਸਕੂਲ ਨਹੀਂ ਗਿਆ। ਵਾਰਤਕ, ਗੁਰਬਖਸ਼ ਸਿੰਘ ਦਾ ਵਾਰਤਕ ਸਾਹਿਤ ਵਿੱਚ ਯੋਗਦਾਨ ਰਿਹਾ। ਸਾਹਿਤਕ, ਉਹਨਾਂ ਨੇ ਕਈ ਸਾਹਿਤਕ ਰਚਨਾਵਾਂ ਕੀਤੀਆਂ। ਸਮਾਜਵਾਦੀ, ਉਹ ਸਮਾਜਵਾਦੀ ਸੁਧਾਰਕ ਵੀ ਸਨ। ਵਿਸ਼ੇਸ਼, ਵਾਰਤਕ ਸਾਹਿਤਕ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਸੀ। ਪੜ੍ਹਾਈ, ਉਹ ਉਚੇਰੀ ਪੜ੍ਹਾਈ ਲਈ ਲਾਹੌਰ ਗਏ। ਸਾਹਿਤ, ਪੰਜਾਬੀ ਸਾਹਿਤ ਦੇ ਮਹਾਨ ਵਾਰਤਕ ਗੁਰਬਖਸ਼ ਸਿੰਘ ਸਨ।
ਅੱਗੇ ਆ ਗਿਆ ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖਣਾ ਹੈ। ਆਜ਼ਾਦੀ ਵਿੱਚ ਆੜੇ ਨੂੰ ਕੰਨਾ ਨਹੀਂ ਆਏਗਾ। ਉਪਾਅ ਵਿੱਚ ਯਈਏ ਦੀ ਜਗ੍ਹਾ ਆੜਾ ਆਏਗਾ। ਧੂਣੀ 'ਚ ਸਿਹਾਰੀ ਨੰਨੇ ਨੂੰ ਸਿਹਾਰੀ ਦੀ ਜਗ੍ਹਾ ਬਿਹਾਰੀ ਆਏਗੀ। ਤੀਵੀਂ ਵਿੱਚ ਤੀਵੀਂ ਵੰਮੇ ਦੀ ਜਗ੍ਹਾ 'ਤੇ ਵਾਹਵਾ। ਮੁਣੀ ਵਿੱਚ ਨੰਨੇ ਨੂੰ ਸਿਹਾਰੀ ਦੀ ਜਗ੍ਹਾ ਨੰਨੇ ਨੂੰ ਬਿਹਾਰੀ। ਪ੍ਰੇਮ ਪੱਪੇ ਦੇ ਪੈਰ ਚਰਾਰਾ। ਗਿਆ ਗੱਗੇ ਨੂੰ ਸਿਹਾਰੀ ਆੜੇ ਨੂੰ ਕੰਨਾ। ਮੁਖਿਆ ਦੀ ਜਗ੍ਹਾ 'ਤੇ ਮੁੱਖ ਆਊਗਾ। ਯਈਏ ਦੀ ਜਗ੍ਹਾ 'ਤੇ ਉੱਪਰ ਅੱਧਕ ਆਏਗਾ। ਕੌਣ ਦੀ ਜਗ੍ਹਾ 'ਤੇ ਕੌਣ ਆਏਗਾ। ਕਨੋੜਾ ਵੜ ਆਏਗਾ। ਸੌ ਸੱਸਾ ਹਾਏ ਨੂੰ ਔਂਕੜ ਉੱਪਰ ਟਿੱਕੀ ਆਏਗੀ। ਅੱਗੇ ਪੜਨਾਂਵ ਚੁਣ ਕੇ ਉਹਨਾਂ ਸਾਹਮਣੇ ਲਿਖਣੇ ਆ। ਮੇਰੇ ਪਿਤਾ ਜੀ ਲੁਹਾਰ ਦਾ ਕੰਮ ਕਰਦੇ ਹਨ। ਮੇਰੇ ਜਮਾਤ ਵਿੱਚ ਕੌਣ ਕੌਣ ਗੈਰ ਹਾਜ਼ਰ ਹੈ। ਕੌਣ ਕੌਣ। ਜੇਕਰ ਤੂੰ ਖੇਡੇਂਗਾ ਤਾਂ ਅਸੀਂ ਮੈਚ ਜਿੱਤ ਜਾਵਾਂਗੇ। ਤੂੰ ਜਾਂ ਅਤੇ ਅਸੀਂ। ਤੇਰਾ ਭਰਾ ਤਾਂ ਬਹੁਤ ਚਲਾਕ ਹੈ। ਤੇਰਾ ਉਹ ਤੁਹਾਡਾ ਨਾਂ ਚੰਗੀ ਤਰ੍ਹਾਂ ਜਾਣਦਾ ਹੈ। ਉਹ ਤੇ ਤੁਹਾਡਾ। ਮੇਰੇ ਮਾਤਾ ਜੀ ਅਧਿਆਪਕ ਹਨ। ਮੇਰੇ ਮੇਰੀ ਦੋਸਤ ਅੱਜ ਸਕੂਲ ਨਹੀਂ ਗਈ। ਮੇਰੀ। ਇਹ ਸੀ ਬੱਚੇ ਬੁੱਕ ਵਰਕ। ਹੁਣ ਆ ਜਾਓ ਪ੍ਰਸ਼ਨ। ਫਸਟ ਪ੍ਰਸ਼ਨ ਹੈ, ਗੁਰਬਖਸ਼ ਸਿੰਘ ਕਿਹੋ ਜਿਹਾ ਲੇਖਕ ਸੀ। ਗੁਰਬਖਸ਼ ਸਿੰਘ ਆਧੁਨਿਕ ਪੰਜਾਬੀ ਸਾਹਿਤ ਦਾ ਮਹਾਨ ਲੇਖਕ ਸੀ। ਗੁਰਬਖਸ਼ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ। 20 ਅਪ੍ਰੈਲ 1895 ਨੂੰ ਸਿਆਲਕੋਟ ਵਿੱਚ ਹੋਇਆ। ਗੁਰਬਖਸ਼ ਸਿੰਘ ਨੇ ਕਿਹੜੇ ਕਾਲਜ ਵਿੱਚ ਪੜ੍ਹਾਈ ਕੀਤੀ। ਟਾਮਸ ਇੰਜੀਨੀਅਰ ਕਾਲਜ ਵਿੱਚ। ਗੁਰਬਖਸ਼ ਸਿੰਘ ਨੇ ਕਿਹੜਾ ਨਗਰ ਵਸਾਇਆ। ਪ੍ਰੀਤਨਗਰ। ਅੱਗੇ ਵਿਸਤਾਰ ਸਹਿਤ ਪ੍ਰਸ਼ਨ ਉੱਤਰ। ਗੁਰਬਖਸ਼ ਸਿੰਘ ਨੇ ਕਾਲਜ ਦੀ ਪੜ੍ਹਾਈ ਕਿਹੜੇ ਸਨ ਵਿੱਚ ਪੂਰੀ ਕੀਤੀ ਤੇ ਕਿੱਥੇ। ਗੁਰਬਖਸ਼ ਸਿੰਘ ਨੇ ਕਾਲਜ ਦੀ ਪੜ੍ਹਾਈ 1917 ਵਿੱਚ ਰੁੜਕੀ ਤੋਂ ਪੂਰੀ ਕੀਤੀ। ਇੱਥੋਂ ਇੰਜੀਨੀਅਰ ਪਾਸ ਕਰਕੇ ਫੌਜ ਵਿੱਚ ਭਰਤੀ ਹੋ ਗਏ। ਅੱਗੇ ਦੇਖੋ, ਗੁਰਬਖਸ਼ ਸਿੰਘ ਦੀਆਂ ਰਚਨਾਵਾਂ ਦੇ ਨਾਮ ਲਿਖੋ। ਰਚਨਾਵਾਂ ਆਲਰੇਡੀ ਤੁਹਾਨੂੰ ਚੈਪਟਰ ਸਮਝਾਇਆ ਸੀ, ਉਹ ਸਾਰੀਆਂ ਹੀ ਲਿਖਣੀਆਂ ਨੇ। ਪ੍ਰੀਤ ਮਾਰਕ, ਕੁਦਰਤੀ ਮਜ਼ਹਬ, ਖੁੱਲਾ ਦਰ, ਸਾਵੀਂ ਪੱਧਰੀ ਜ਼ਿੰਦਗੀ, ਸਖਾਵੀਂ ਜ਼ਿੰਦਗੀ, ਨਵਾਂ ਵਿਸ਼ਲ ਸ਼ਵਾਲਾ, ਪ੍ਰਸੰਨ ਲੰਮੀ ਉਮਰ, ਭਖਦੀ ਜ਼ਿੰਦਗੀ, ਚੰਗਿਆੜੀ, ਖੁਸ਼ਹਾਲ ਜੀਵਨ, ਚੰਗੇਰੀ ਦੁਨੀਆ, ਸਵੈ ਪੂਰਨਤਾ ਦੀ ਲਗਨ, ਮਨੋਹਰ ਸ਼ਖਸੀਅਤ, ਪਰਮ ਮਨੁੱਖ, ਮੇਰੇ ਝਰੋਖੇ ਤੋਂ, ਸਾਡੇ ਵਾਰ, ਜ਼ਿੰਦਗੀ ਦੇ ਸਕੂਲ ਵਿੱਚੋਂ, ਵੀਨਾ ਵਿਨੋਦ, ਨਾਗਪ੍ਰੀਤ ਦਾ ਜਾਦੂ, ਮੇਰੀ ਗੁਲਬਦਨ, ਸੁਪਨੇ, ਮਾਂ ਗਰੋਕੇ ਆਦਿ। ਗੁਰਬਖਸ਼ ਸਿੰਘ ਇੱਕ ਸਮਾਜ ਸੁਧਾਰਕ ਸੀ। ਆਪਣੇ ਵਿਚਾਰ ਪੇਸ਼ ਕਰੋ। ਗੁਰਬਖਸ਼ ਸਿੰਘ ਇੱਕ ਸੂਝਵਾਨ ਲੇਖਕ ਦੇ ਵਾਂਗ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ ਤੇ ਅਜਿਹਾ ਭਾਈਚਾਰਾ ਸਥਾਪਿਤ ਕੀਤਾ ਕਿ ਜਿੱਥੇ ਸਾਰੇ ਸੁਖਾਵੀਂ ਤੇ ਪੱਧਰੀ ਜ਼ਿੰਦਗੀ ਜਿਉਣ। ਆਪ ਦੀਆਂ ਦੌਰ ਵਿੱਚ ਲਿਖਤਾਂ ਆਦਰਸ਼ਵਾਦੀ ਸਨ। ਆਧੁਨਿਕ ਪੰਜਾਬੀ ਸਾਹਿਤ ਦੇ ਪ੍ਰਸਿੱਧ ਵਾਰਤਕ ਕੌਣ ਸੀ। ਆਧੁਨਿਕ ਪੰਜਾਬੀ ਸਾਹਿਤ ਦੇ ਵਾਰਤਕ ਗੁਰਬਖਸ਼ ਸਿੰਘ ਸਨ। ਉਹਨਾਂ ਨੇ ਆਪਣੇ ਮਾਸਕ ਪੱਤਰ ਪ੍ਰੀਤਲੜੀ ਰਾਹੀਂ ਮਨਮੋਹੀ ਵਾਰਤਕ ਰਚਨਾ ਦਾ ਮਾਣ ਕਰਦਿਆਂ ਹੀ ਪੰਜਾਬੀ ਮਹਿਕਮਾ ਪੈਪਸੂ ਨੂੰ ਉਸ ਨੇ ਮਾਣ ਪੱਤਰ ਦੇ ਸਿਰਪਾਓ ਭੇਟਾ ਕੀਤਾ ਤੇ ਭਾਰਤ ਸਰਕਾਰ ਨੇ ਭਾਰਤੀ ਸਾਹਿਤ ਅਕਾਦਮੀ ਦਾ ਸਲਾਹਕਾਰ ਨਾਮਜ਼ਦ ਕੀਤਾ। ਗੁਰਬਖਸ਼ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਕਿਸ ਤਰ੍ਹਾਂ ਆਪਣਾ ਯੋਗਦਾਨ ਪਾਇਆ, ਆਪਣੇ ਸ਼ਬਦਾਂ ਵਿੱਚ ਲਿਖੋ। ਗੁਰਬਖਸ਼ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੀ ਪ੍ਰਮੁੱਖ ਵਾਰਤਾਕਾਰ ਹੋਇਆ ਹੈ। ਆਧੁਨਿਕ ਪੀੜ੍ਹੀ ਵਿੱਚ ਕੋਈ ਲੇਖਕ ਵੀ ਅਜਿਹਾ ਹੋਵੇਗਾ ਜਿਸ ਨੇ ਉਸ ਦੇ ਪ੍ਰਭਾਵ ਦਾ ਗ੍ਰਹਿਣ ਨਾ ਕੀਤਾ ਹੋਵੇ। ਗੁਰਬਖਸ਼ ਸਿੰਘ ਇੱਕ ਵਿਚਾਰਵਾਨ ਸਾਹਿਤਕਾਰ ਦੇ ਉਪਦੇਸ਼ਕ ਸੀ। ਆਪਣੀ ਦੇਣ ਦੇ ਸਦਕਾ ਪੰਜਾਬੀ ਸਾਹਿਤ ਵਿੱਚ ਇੱਕ ਯੁੱਗ ਸਿਰਜਕ ਸੀ। ਇਹ ਸੀ ਬੱਚੇ ਪ੍ਰਸ਼ਨ ਉੱਤਰ ਜੋ ਕਿ ਤੁਸੀਂ ਪੰਜਾਬੀ ਨੋਟਬੁੱਕ 'ਤੇ ਕੰਪਲੀਟ ਕਰਨੇ ਹਨ। ਧੰਨਵਾਦ।